खुदा उनके ज़िंदा बाबरकत और जलाली नाम में आप सबको सलाम। जैसा कि आपने पिछले दिनों हमारे चैनल पर देखा कि हमने इस अखाड़े की काफ़ी वीडियोस की, और इसके अलावा भी हमारा जो दूसरा चैनल है उसके ऊपर भी जमील पहलवान और जो जदाउन है, और इसके अलावा एक और हमारा छोटा भाई दाइम जो है नदीम वो भी हमारे चैनल पर आए, उनकी हमने इंटरव्यू किया। आज यहाँ पर हम इसलिए मौजूद हैं क्योंकि यहाँ पर जो 3 बच्चे हैं उनको शागिर्दी में लाया गया, और मैं आपको दिखाना चाहूँगा। ये तीनों बच्चे ज़रा मेरे पास आएंगे, इधर से मेरे पास आए, और ये सबसे छोटा है जी, इधर आओ। ये 3 बच्चे हैं जो शागिर्दी में लाए गए हैं, और जो है एक ये भी है जी, ये कल शागिर्दी में आया जी। और जो है ना जी, बात ये है, मैं आज यहाँ पर इसलिए आया हूँ, मैं इनकी फैमिलीज से मिलने के लिए आया था। ज़रूरी नहीं है कि मैं ना उस्ताद को मिला, उस्ताद को तो शागिर्दी चाह ही गए, पहले से क्यों ना फैमिली ਨੂੰ ਮਿਲੀਏ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਉਸ ਪਾਸੇ ਲਾਇਆ ਜਿਹਦੇ 'ਚ ਸੱਟ ਵੀ ਲੱਗ ਸਕੇ। ਤੇ ਆਖਰ ਕਿਉਂ ਇੰਨਾ ਸ਼ੌਕ ਕਿ ਸਾਡੇ ਬੱਚੇ ਪਹਿਲਵਾਨੀ ਚਾਹਣ। ਤੇ ਮੈਂ ਸਭ ਤੋਂ ਪਹਿਲੇ ਬੱਚਿਆਂ ਦੇ ਦਾਦਾ ਜੀ ਨੂੰ ਪੁੱਛਾਂਗੇ, ਅੱਜ ਇਹਨਾਂ ਨੂੰ ਇਸ ਅਖਾੜੇ 'ਚ ਖਲੀਫਾ ਦੀ ਪੱਗ ਬੰਨੀ ਗਈ ਹੈ। ਮੈਂ ਇਸ ਤੋਂ ਪਹਿਲੇ ਇੱਕ ਸਵਾਲ ਕਰਾਂ, ਮੈਂ ਆਜ਼ਾਦ ਭਾਈ ਤੋਂ ਪੁੱਛਾਂਗਾ ਖਲੀਫਾ ਕੀ ਹੁੰਦਾ ਹੈ? ਖਲੀਫਾ ਭਾਜੀ ਹੁੰਦਾ ਜਿਹੜਾ ਉਸਤਾਦ ਤੋਂ ਬਾਅਦ ਹੁੰਦਾ ਹੈ। ਉਸਤਾਦ ਤੋਂ ਬਾਅਦ? ਹਾਂਜੀ, ਕਿ ਮਤਲਬ ਜਿਸ ਦਿਨ ਉਸਤਾਦ ਨਹੀਂ ਆਉਂਦਾ ਜਾਂ ਖਲੀਫੇ ਨੂੰ ਅਖਤਿਆਰ ਹੁੰਦਾ ਹੈ ਕਿ ਮੁੰਡੇ ਨੂੰ ਜਾ ਕੇ ਖਿਲਾ ਸਕਦਾ। ਸਹੀ, ਮਤਲਬ ਕਿ ਇਹ ਸੀਨੀਅਰ ਨੇ, ਇਹ ਵੀ ਪਹਿਲਵਾਨੀ ਨੂੰ ਜਾਣਦੇ ਨੇ। ਇਸੇ ਤਰ੍ਹਾਂ ਤੁਸੀਂ ਖਲੀਫਾ ਦੀ ਪੱਗ ਭਾਈ ਨੂੰ ਬੰਨੀ ਸੀ, ਇਹ ਵੀ ਇੱਥੇ ਸੀਨੀਅਰ ਨੇ। ਇਹ ਸੀਨੀਅਰ ਖਲੀਫਾ ਨੇ, ਇਹ ਵੀ ਮਤਲਬ ਖਲੀਫਾ ਨੇ, ਇਹ ਵੀ ਭਲਵਾਨੀ ਨੂੰ ਜਾਣਦੇ ਨੇ। ਮਤਲਬ ਇਹ 2 ਖਲੀਫੇ ਨੇ ਤੇ ਜਦੋਂ ਨਹੀਂ ਮੈਂ ਆਉਂਦਾ ਇਹਨਾਂ ਨੂੰ ਪੂਰਾ ਅਖਤਿਆਰ ਹੈ ਕਿ ਜਿੱਥੇ ਮਰਜ਼ੀ ਮੁੰਡਿਆਂ ਦੇ ਜ਼ੋਰ ਕਰਾ ਸਕਦੇ ਨੇ, ਬਾਹਰ ਸ਼ਹਿਰ 'ਚ ਜਾ ਕੇ ਮੁੰਡਿਆਂ ਨੂੰ ਖਿਲਾ ਸਕਦੇ। ਇਸੇ ਤਰ੍ਹਾਂ ਤੁਸੀਂ ਖੁਦਾ ਦੇ ਖਾਦਮ ਨੂੰ ਬਣੇ ਕਿਉਂਕਿ ਅਬਲੀਸ ਨਾਲ ਜੰਗ ਕਰਨਾ ਜ਼ਾਹਿਰ ਹੈ ਸਾਡੇ ਲਈ ਖੁਦਾਵੰਦ ਦੇ ਨਾਲ ਔਰ ਜ਼ਿਆਦਾ ਹਿੰਮਤ ਔਰ ਕੂਵਤ ਦੇਵੇ ਕਿ ਆਪਣੀ ਕੌਮ ਨੂੰ ਕਲਾਮ ਵਾਲੇ ਪਾਸੇ ਵੀ ਲਿਆਉਣ। ਔਰ ਅੱਜ ਇਸ ਜਗ੍ਹਾ ਤੇ ਇਸ ਗੱਲੋਂ ਮੌਜੂਦ ਨੇ ਕਿ ਇੱਕ ਅੱਛੇ ਸ਼ੌਕ ਵਾਲੇ ਬੱਚੇ ਜਿਹੜੇ ਨੇ ਕਦਮਦਾਰ ਨੇ। ਮੈਂ ਪੁੱਛਾਂਗਾ ਇਹਨਾਂ ਦੇ ਦਾਦਾ ਜੀ ਨੂੰ ਕਿ ਇਹਨਾਂ ਨੂੰ ਸੱਟ ਪੇਟ ਲੱਗ ਗਈ ਤੇ ਫਿਰ ਦੇਖੋ ਜੀ, ਪਹਿਲਾਂ ਮੇਰੇ ਅਰਜ਼ੇ ਇਹ ਜ਼ਿਲ੍ਹਾ ਬੂਰਾ ਰਹਿਣ ਵਾਲੇ ਜੀ ਜੀ, ਉੱਥੇ ਦੂਜੇ ਮਹੱਲੇ ਖਾੜਾ, ਦੂਜੇ ਮਹੱਲੇ ਖਾੜਾ, ਅਜੇ ਤੱਕ ਵੀ ਹੈ। ਅਸੀਂ ਆ ਵੀ ਬਸਨ 78 ਤੋਂ ਲਾ ਕੇ 85 ਤੱਕ ਮੈਂ ਭਲਵਾਨੀ ਕੀਤੀ ਹੈ। ਮੇਰੇ ਉਸਤਾਦ ਦਾ ਨਾਮ ਸੀ ਜਾਨੀ ਪਹਿਲਵਾਨ ਚੈਂਪੀਅਨ ਕੰਮ ਹੈ ਜੀ। ਸਾਨੂੰ ਇਹ ਸ਼ੌਕ ਹੈ, ਇੱਥੇ ਮਨਸ਼ਿਆਤ ਇੱਥੇ ਅਸੀਂ ਰਹਿੰਦੇ ਪਏ, ਬਿਲਕੁਲ ਇੱਥੇ ਲੋਕਾਂ ਘਰਾਂ ਦੇ ਘਰ ਤਬਾਹ ਹੋ ਗਏ। ਅਸੀਂ ਜ਼ੇਰੇ ਨਿਗਰਾਨੀ ਨਾਲ ਆਪਣੇ ਹੱਥਾਂ 'ਚ ਰੱਖਣਾ। ਮੈਂ ਫਿਰ ਬਿਲਕੁਲ ਨਿਊਟਰਲ ਹਾਂ, ਤਾਂ ਸਿਰਫ ਇਹਨਾਂ ਬੱਚਿਆਂ ਵਾਸਤੇ, ਹੋਰ ਕੋਈ ਕੰਮ ਨਹੀਂ। ਸਹੀ। ਤੇ ਇਹ ਬੱਚੇ, ਮੈਂ ਇਹਨਾਂ ਦੇ ਵਾਲਿਦ ਸਾਹਿਬ ਖੜੇ ਨੇ, ਚਾਚੂ ਨੇ ਜੀ, ਤੇ ਮੈਂ ਇਹਨਾਂ ਦੇ ਚਾਚੂ ਕੋ ਪੁੱਛਣਾ ਕਿ ਕੀ ਇਹਨਾਂ ਨੂੰ ਮੋਬਾਈਲ ਦੇਣ ਦੀ ਵਜ੍ਹਾ ਤੋਂ ਪਰੇ ਕਰ ਦਿੱਤਾ ਕਿ ਬੱਚੇ ਹੁੰਦੇ ਨਾ ਮੋਬਾਈਲ ਤੇ ਗੇਮਾਂ ਖੇਡਦੇ ਨੇ, ਐਸ ਕੇ ਮੋਬਾਈਲ ਨਹੀਂ ਦੇਣਾ ਤੇ ਭਲਵਾਨੀਆਂ ਲਾ ਦਈਏ। ਬੜੀ ਅੱਛੀ ਗੱਲ ਹੈ, ਭਲਵਾਨੀ ਕਰਨਗੇ। ਸਭ ਤੋਂ ਪਹਿਲੀ ਗੱਲ ਹੈ ਮਨਸ਼ਿਆਤ ਤੋਂ ਬਚਣਗੇ। ਬਿਲਕੁਲ ਸਹੀ ਗੱਲ। ਆਪਣੇ ਇਲਾਕੇ 'ਚ ਬਹੁਤ ਜ਼ਿਆਦਾ ਮਨਸ਼ਿਆਤ ਹੈ। ਉਸ ਤੋਂ ਬਾਅਦ ਇਹਨਾਂ ਨੂੰ ਸ਼ੌਕ ਆਏਗਾ ਆਪਣੀ ਜਾਨ ਬਣਾਉਣ ਦਾ, ਵਰਜਿਸ਼ ਕਰਨ ਦਾ। ਸਪੋਰਟਸ ਕੋਈ ਵੀ ਹੈ, ਕੋਈ ਕ੍ਰਿਕਟ ਵੱਲ ਭੇਜ ਦਿੰਦਾ, ਕੋਈ ਮਤਲਬ ਕਿਸੇ ਹੋਰ ਸਪੋਰਟਸ ਵੱਲ ਭੇਜ। ਸਾਨੂੰ ਇਹ ਸ਼ੌਕ ਹੈ ਕਿ ਸਾਡੇ ਬੱਚੇ ਇਹ ਸਪੋਰਟਸ 'ਚ ਅੱਗੇ ਵਧਣ, ਦੇਸੀ ਸਪੋਰਟਸ ਵੱਲ ਵਧਣ, ਤਾਂ ਕਿ ਬਿਲਕੁਲ ਜੀ ਪੰਜਾਬ ਦੇ ਅਸੀਂ ਮਤਲਬ ਰਹਿਣ ਵਾਲੇ ਹਾਂ ਤੇ ਆਪਣੇ ਇਸ ਕਲਚਰ ਨੂੰ ਅੱਗੇ ਲਿਆਉਣਾ ਚਾਹੀਦਾ। ਬਿਲਕੁਲ ਸਹੀ। ਤੇ ਮੈਂ ਬੱਚਿਆਂ ਤੋਂ ਪੁੱਛਾਂਗਾ, ਕਾਕੀ ਕੀ ਨਾਂ ਹੈ ਤੇਰਾ? ਨਹਿਮੀਆ। ਉੱਚੀ ਤੇ ਬੋਲ ਹੀ ਹੈ। ਨਹਿਮੀਆ। ਨਹਿਮੀਆ। ਕਲਾਸ ਕਿਹੜੀ 'ਚ ਹੈ? 6 ਕਲਾਸ। और काके तू? बेटा क्लास 2। हाँ भी स्कूल जाते हो? ਜਾਨੀ ਪਹਿਲਵਾਨ ਦੱਸੋ ਭਾਈ। हैं स्कूल जाते हो? हाँ जी, जाता है। नाम क्या आपका? अजाया। अजाया इसका नाम सही है जी, और इसका पहलवानी में नाम है जी जानी पहलवान। ते काका तू जाना स्कूल हैं किनवी? 1 क्लास में। वेरी गुड। मैं इनकी क्लासें इसलिए पूछ रहा हूँ क्योंकि लास्ट टाइम जब हमारे चैनल पर इनका इंटरव्यू किया गया था तो जदाउन से पूछा गया था कि कौन सी क्लास में, और तब जदाउन जो था वो बिल्कुल एक 9th क्लास का बच्चा था। मैं चाहूँगा कि जदाउन यहाँ सामने आए ज़रा। और आज जदाउन जो है वो गोल्ड मेडल भी जीत चुका हुआ है और काफ़ी जगह पर मुकाबले जीत चुका है, और अनकरीब ये बच्चा नेशनल लेवल से आगे जा रहा है। मतलब ये अब पाकिस्तान से आगे दुबई में मुकाबलों के लिए जा रहा है। तो मैं ये भी कहूँगा, यहाँ पे खुदा के खादम भी बैठे हैं, बुज़ुर्ग भी बैठे हैं, इस बच्चे के लिए भी दुआ गो रहे हैं कि ये आगे जब जाए तो अपने मुल्क का नाम भी रोशन करे, अपने बाप का। आज जदाउन जाना जाता है जी, एजाज पहलवान दा पुत्र है, जो तरक्की करेगा
ਤੇ ਬਾਪ ਜਾਣਿਆ ਜਾਏਗਾ ਕਿ ਜਦਾਉਨ ਦਾ ਬਾਪ ਹੈ। ਇਸੇ ਤਰ੍ਹਾਂ ਜਮੀਲ ਭਾਈ ਨੇ ਸਾਡੇ ਨਾਲ, ਮੈਂ ਉਹਨਾਂ ਨੂੰ ਵੀ ਸਾਹਮਣੇ ਬੁਲਾਵਾਂਗਾ, ਇਹ ਵੀ ਅੱਜ ਯਾਨੀ ਕਿ ਰੈਗੂਲਰ ਹੋ ਗਏ ਨੇ, ਸ਼ਾਗਿਰਦੀ ਚ ਆਏ ਨੇ ਔਰ ਰੈਗੂਲਰ ਉਸਤਾਦ ਦੇ ਨਾਲ ਆ ਗਏ ਨੇ ਔਰ ਇਹ ਵੀ ਆਰਮੀ ਚ ਸਿਲੈਕਟ ਹੋ ਚੁੱਕੇ ਨੇ। ਜ਼ਰੂਰੀ ਕੀ ਹੈ? ਜ਼ਰੂਰੀ ਇਹ ਵੇ ਕਿ ਆਪਣੇ ਆਪ ਨੂੰ ਤਿਆਰ ਕੀਤਾ ਜਾਏ ਉਸ ਕੰਮ ਲਈ ਜਿਹੜਾ ਚੰਗਾ ਹੈ। ਬੁਰੇ ਕੰਮਾਂ ਲਈ ਤੇ ਰਾਹ ਖੁੱਲੇ ਪਏ ਨੇ। ਤੁਸੀਂ ਅਗਰ ਬੁਰੇ ਕੰਮ ਵੱਲ ਸੋਚੋ ਤੇ ਕੇਕੜੇ ਵਾਂਗੂ ਤੁਹਾਡੀਆਂ ਲੱਤਾਂ ਖੁੱਲਣਗੀਆਂ ਸਾਰੀਆਂ ਕਿ ਇਹ ਕਰ ਲੈ, ਉਹ ਕਰ ਲੈ, ਇਹ ਕਰ ਲੈ। ਲੇਕਿਨ ਅੱਛੇ ਕੰਮ ਲਈ ਤੁਹਾਡੇ ਕੋਲ ਇੱਕ ਰਾਸਤਾ ਹੀ ਨਜ਼ਰ ਆਏਗਾ, ਉਹ ਇੱਕ ਰਾਸਤਾ ਤੁਹਾਡੀ ਜ਼ਿੰਦਗੀ ਬਦਲ ਦੇਗਾ। ਮੈਂ ਬੜਾ ਖੁਸ਼ ਹਾਂ ਅੱਜ ਇਜਾਜ਼ ਭਾਈ ਤੁਹਾਡੀ ਇਸ ਕਾਵਿਸ਼ ਨੂੰ ਦੇਖ ਕੇ ਕਿ ਜਿੱਦਾਂ ਉਹ ਨੈਸ਼ਨਲ ਲੈਵਲ ਤੋਂ ਆਊਟ ਜਾ ਰਿਹਾ, ਇੰਟਰਨੈਸ਼ਨਲ ਲੈਵਲ ਤੇ ਖੇਡਣ ਜਾ ਰਿਹਾ। ਇਸੇ ਤਰ੍ਹਾਂ ਜਮੀਲ ਭਾਈ ਪੁਲਿਸ 'ਚ ਜਾ ਰਹੇ ਨੇ ਤੇ ਮੈਂ ਤੁਹਾਡੇ ਲਈ ਦੁਆ ਗੂਆਂ ਕਿ ਖੁਦਾਵੰਦ ਤੁਹਾਨੂੰ ਇਸੇ ਤਰ੍ਹਾਂ ਕਾਮਯਾਬੀਆਂ ਬਖਸ਼ੇ ਔਰ ਤੁਹਾਡੇ ਆਉਣ ਵਾਲੇ ਛੋਟੇ ਬੱਚੇ ਜਿਹੜੇ ਅੱਜ ਸ਼ਾਗਿਰਦੀ 'ਚ ਆਏ ਨੇ, ਖੁਦਾਵੰਦ ਇਹਨਾਂ ਨੂੰ ਵੀ ਉਸ ਮੁਕਾਮ ਤੇ ਲਿਜਾਏ ਜਿਸ ਮੁਕਾਮ ਤੇ ਅੱਜ ਜਦਾਉਨ ਹੈ, ਜਿਸ ਮੁਕਾਮ ਤੇ ਅੱਜ ਜਮੀਲ ਹੈ ਔਰ ਜਿਸ ਤਰ੍ਹਾਂ ਤੁਹਾਡੇ ਬਾਕੀ ਸ਼ਾਗਿਰਦ ਅੱਛੇ ਅਹੁਦਿਆਂ ਤੇ ਸਪੋਰਟਸ ਦੀ ਵਜ੍ਹਾ ਤੇ ਨੇ। ਬੜੀ ਖੂਬਸੂਰਤ ਗੱਲ ਜਦੋਂ ਜਦਾਉਨ ਛੋਟਾ ਸੀ ਉਹਨੂੰ ਮੈਂ ਪੁੱਛੀ ਐਸੀ ਖਾੜੇ 'ਚ ਤੇ ਮੈਂ ਕਿਹਾ ਕਿ ਜਦਾਉਨ ਕੁਸ਼ਤੀ ਕਿਉਂ? ਉਹਨੇ ਕਿਹਾ ਕਿਉਂਕਿ ਸਪੋਰਟਸ ਦੀ ਵਜ੍ਹਾ ਤੋਂ ਸਾਨੂੰ ਕਾਲਜਿਸ 'ਚ ਰਿਆਇਤ ਮਿਲਦੀ ਹੈ ਔਰ ਅਸੀਂ ਅੱਛੀ ਤਾਲੀਮ ਹਾਸਲ ਕਰ ਸਕਨੇ ਆ, ਸਮ ਟਾਈਮ ਫ੍ਰੀ ਆਫ ਕਾਸਟ ਹੋ ਜਾਂਦਾ। ਕੀ ਫਾਇਦਾ ਹੋਇਆ ਕਿ ਸਪੋਰਟਸ ਤੁਹਾਡਾ ਫਿਊਚਰ ਵੀ ਬ੍ਰਾਈਟ ਕਰ ਦਿੰਦੀ, ਚਾਹੇ ਉਹ ਐਜੂਕੇਸ਼ਨਲ ਕਿਉਂ ਨਾ ਹੋਵੇ। ਸਿਹਤ ਦੇ ਵਿੱਚ ਤੇ ਹੋਣਾ ਹੀ ਹੈ, ਭਾਵੇਂ ਕ੍ਰਿਕਟ ਖੇਡ ਲਓ, ਹਾਕੀ ਖੇਡ ਤੋਂ। ਬੜੀ ਖੂਬਸੂਰਤ ਭਾਈ ਨੇ ਗੱਲ ਕੀਤੀ, ਕੋਈ ਵੀ ਸਪੋਰਟਸ ਉਹ ਤੁਹਾਨੂੰ ਮਜ਼ਬੂਤ ਕਰਦੀ। ਸੋ ਅੱਜ ਮੈਂ ਇੱਕ ਦਫਾ ਫਿਰ ਇਜਾਜ਼ ਭਾਈ ਨੂੰ ਮੁਬਾਰਕਬਾਦ ਦਾਂਗਾ ਤੇ ਇੱਥੇ ਜਿਹੜੇ ਅੱਜ ਖਲੀਫਾ ਖੜੇ ਨੇ ਇਹਨਾਂ ਨੂੰ ਵੀ ਮੁਬਾਰਕਬਾਦ ਦਾਂਗਾ ਕਿ ਉਹਨਾਂ ਦੇ ਖਾੜੇ 'ਚ ਅੱਜ ਇੱਕ ਨया ਬੀਜ ਹੈ। ਬੇਸਿਕਲੀ ਇਹ ਪੂਰੇ ਦਰਖਤ ਨਹੀਂ ਨੇ, ਅੱਜ ਇਹ ਬੀਜ ਲੱਗੇਗਾ। ਜਦੋਂ ਇਹ ਸ਼ਾਖ ਕੱਢੇਗਾ ਤੇ ਇਹ ਆਪਣੀ ਮਰਜ਼ੀ ਨਾਲ ਇਹਨਾਂ ਸ਼ਾਖਾਂ ਦੇ ਰੁੱਖ ਬਦਲ ਸਕਣਗੇ ਔਰ ਉਹ ਰੁੱਖ ਮਜ਼ਬੂਤ ਹੋਣਗੇ। ਤੇ ਮੈਂ ਤੁਹਾਡੇ ਸਾਰਿਆਂ ਨਾਲ ਗੁਜ਼ਾਰਿਸ਼ ਕਰਾਂਗਾ, ਇਹ ਖਾੜਾ ਇਸ ਟਾਈਮ ਯੋਹਨਾਬਾਦ ਦੇ ਵਿੱਚ ਔਰ ਗੱਲ ਕਰਦੇ ਹਾਂ ਦੁੱਖ ਵੀ ਹੁੰਦਾ ਕਿ ਯੋਹਨਾਬਾਦ ਦੇ ਕਈ ਲੋਕ ਇਸ ਖਾੜੇ ਦੇ ਖਿਲਾਫ ਵੀ ਨੇ। ਮੈਨੂੰ ਕੋਈ ਫਿਕਰ ਨਹੀਂ, ਪਹਿਲੇ ਵੀ ਮੇਰੇ ਨਾਂ ਦੇ ਕੋਈ ਝੰਡੇ ਨਹੀਂ ਲੱਗੇ ਹੋਏ ਕਿ ਕੋਈ ਮੇਰੀ ਤਾਰੀਫ ਕਰੇ। ਇਸ ਖਾੜੇ ਦੇ ਖਿਲਾਫ ਬਹੁਤ ਲੋਕ ਨੇ ਕਿ ਜੀ ਇੰਨੀ ਕੁ ਜਗ੍ਹਾ ਤੇ ਕੋਈ 20 ਕਬਰਾਂ ਲੱਗ ਸਕਦੀਆਂ ਨੇ, ਇੱਥੇ ਕੋਈ 30 ਕਬਰਾਂ ਹੋ ਸਕਦੀਆਂ ਨੇ, ਲੇਕਿਨ ਇੰਨੇ ਕੁ ਖਾੜੇ ਦੇ ਵਿੱਚ ਕਿੰਨੇ ਨਸ਼ਈ ਬਦਲ ਜਾਣਗੇ। ਆ ਦੇਖੋ ਇੰਨੇ ਕੁ ਖਾੜੇ 'ਚ ਜਿਹੜੀਆਂ ਤੁਸੀਂ ਕਬਰਾਂ ਬਣਾ ਰਹੇ ਹੋ ਉਹ ਜ਼ਿੰਦਗੀ ਦੀ ਸ਼ਕਲ ਲੈਣਗੀਆਂ। ਸਾਡੇ ਪੂਰੇ ਯੋਹਨਾਬਾਦ ਨੂੰ ਚਾਹੀਦਾ ਕਿ ਇਸ ਖਾੜੇ ਲਈ ਇੰਨੀ ਕੁ ਐਫਰਟ ਕਰੋ ਕਿ ਇਹਨਾਂ ਨੂੰ ਸਾਫ਼ ਸੁਥਰਾ ਤੇ ਰਹਿਣ ਦਿਓ, ਇੱਥੇ ਗੰਦ ਨਾ ਪਾਓ। ਜਿਸ ਜਗ੍ਹਾ ਤੇ ਇਸ ਟਾਈਮ ਮੇਰਾ ਕੈਮਰਾ ਲੱਗਾ ਇਸ ਕਾਰਨਰ ਦੇ ਵਿੱਚ ਇੱਕ ਇੰਜੈਕਸ਼ਨ ਡਿੱਗਿਆ ਪਿਆ, ਮੈਂ ਉਹਨੂੰ ਅੱਗੇ ਚੁੱਕਣ ਲੱਗਾ ਤੇ ਮੈਂ ਕਿਹਾ ਨਹੀਂ ਚੁੱਕਾਂਗਾ, ਬਲਕਿ ਮੈਂ ਕੈਮਰੇ 'ਚ ਜ਼ਰੂਰ ਦਿਖਾਵਾਂਗਾ। ਔਰ ਬਿਲਕੁਲ ਇਸ ਅਖਾੜੇ ਦੇ ਬਾਹਰ ਸ਼ਰਾਬ ਦੀਆਂ ਬੋਤਲਾਂ ਪਈਆਂ ਨੇ। ਇਹਨੂੰ ਜ਼ਿੰਦਗੀ ਦਿਵੋ ਤਾਂ ਕਿ ਤੁਹਾਨੂੰ ਜ਼ਿੰਦਗੀ ਮਿਲੇ। ਅਗਰ ਇਹਨੂੰ ਜ਼ਿੰਦਗੀ ਨਹੀਂ ਦੇ ਸਕਦੇ ਤੇ ਆਉਣ ਵਾਲੀ ਨਸਲ ਦੀ ਮੌਤ ਦੇ ਜ਼ਿੰਮੇਦਾਰ ਖੁਦ ਹੋਵੋ। ਮੈਂ ਆਪਣੇ ਚੈਨਲ ਤੋਂ ਤੁਹਾਡੇ ਸਾਰਿਆਂ ਦੇ ਨਾਲ ਇੱਕ ਅਪੀਲ ਕਰਾਂਗਾ ਕਿ ਇਜਾਜ਼ ਭਾਈ ਦੇ ਨਾਲ ਮੁਲਾਕਾਤ ਕਰੋ। ਅੱਜ ਅਗਰ ਇਹਨਾਂ ਦੇ ਬੱਚੇ ਭਲਵਾਨੀ 'ਚ ਆ ਰਹੇ ਨੇ, ਮੈਂ ਨਹੀਂ ਕਹਿ ਰਿਹਾ ਕਿ ਸਾਰੇ ਭਲਵਾਨੀ 'ਚ ਆ ਜਾਓ, ਬਲਕਿ ਸਪੋਰਟਸ ਵਾਲੇ ਪਾਸੇ ਜਾਓ। ਅੱਜ ਜਿਸ ਜਗ੍ਹਾ ਤੇ ਕਬਰਸਤਾਨ ਖੋਲ੍ਹਿਆ ਬਣ ਚੁੱਕੇ ਆ ਨਾ, ਇੱਥੇ ਕਦੀ ਸਵੇਰ ਤੋਂ ਸ਼ਾਮ ਤੱਕ ਕ੍ਰਿਕਟ ਹੁੰਦਾ ਸੀ, ਸਵੇਰ ਤੋਂ ਸ਼ਾਮ ਤੱਕ ਇੱਥੇ ਵੱਧ ਤੋਂ ਵੱਧ ਗੇਮਾਂ ਹੁੰਦੀਆਂ ਸੀ, ਲੇਕਿਨ ਇਹਨੂੰ ਜ਼ਿੰਦਗੀ ਦੇਣ ਡਿਆ ਇਜਾਜ਼ ਭਾਈ ਇੰਨੀ ਕੁ ਜਗ੍ਹਾ ਤੇ ਸਾਡੇ ਇਸ ਵੀਰ ਦੇ ਨਾਲ ਮਿਲੋ, ਇਹਨੂੰ ਜ਼ਿੰਦਗੀ ਹੀ ਦੇਣਾ। ਇਹਦੀ ਇਸ ਚਾਰ ਦੀਵਾਰੀ ਨੂੰ ਖੂਬਸੂਰਤ ਬਣਾਈਏ ਮਿਲ ਕੇ, ਨਾ ਕਿ ਇਹਨੂੰ ਡਬੋਈਏ ਮਿਲ ਕੇ। ਕਲਾਮ ਕਹਿੰਦਾ ਕਿ ਜਿੱਥੇ 3 ਜਾਂ 4 ਯਕਸਾ ਹੋ ਜਾਣ, ਅਸੀਂ ਪੂਰਾ ਇਲਾਕਾ ਯਕਸਾ ਨਹੀਂ ਹੋ ਰਹੇ ਜ਼ਿੰਦਗੀ ਦੇ ਲਈ, ਤੇ ਬਾਕੀ ਗੱਲਾਂ ਤੇ ਬਾਅਦ ਦੀਆਂ। ਸੋ ਮੇਰੀਆਂ ਗੱਲਾਂ ਕੜਵੀਆਂ ਜ਼ਰੂਰ ਨੇ ਕਿ ਸੱਚ ਜ਼ਰੂਰ ਹੈ ਕਿ ਇੱਥੇ ਜ਼ਿੰਦਗੀ ਹੈ। ਅੱਜ ਆ ਬੱਚਾ ਜਿਹਨੂੰ ਤੁਸੀਂ ਛੋਟੀ ਏਜ 'ਚ ਮੇਰੇ ਚੈਨਲ ਤੇ ਦੇਖਿਆ, ਅੱਜ ਇੰਟਰਨੈਸ਼ਨਲ ਲੈਵਲ ਤੇ ਖੇਡਣ ਜਾ ਰਹੇ, ਆਰਮੀ 'ਚ ਜਾ ਰਹੇ। ਕੱਲ੍ਹ ਇਹਨਾਂ ਬੱਚਿਆਂ ਦਾ ਮੁਸਤਕਬਲ ਵੀ ਅੱਛਾ ਹੈ। ਮੈਂ ਚਾਹਾਂਗਾ ਕਿ ਆਖਰ ਦੇ ਵਿੱਚ ਇਸ ਤੋਂ ਪਹਿਲੇ ਕਿ ਹੋਰ ਵੀ ਭਾਈ ਨੇ ਜਿਹੜੇ ਗੱਲ ਕਰਨਾ ਚਾਹੁੰਦੇ ਨੇ, ਮੈਂ ਤੇ ਥੋੜਾ ਜਿਹਾ ਜਜ਼ਬਾਤੀ ਔਰ ਥੋੜਾ ਗੁੱਸਾ ਵੀ ਹੈ ਇਸ ਗੱਲੋਂ ਬੋਲੀ ਜਾ ਰਿਹਾ। ਮੈਂ ਚਾਹਾਂਗਾ ਕਿ ਖੁਦਾ ਦੇ ਖਾਦਮ ਕੋਈ ਅਗਰ ਅੱਛੀ ਜੀ ਗੱਲ ਸਾਡੀ ਕੌਮ ਲਈ ਜਿਹੜੇ ਇਸ ਟਾਈਮ सानू वेख रहे हैं, खुदा उनकी शुक्रगुजारी करते हैं इन सारी बातों के लिए जो अच्छी थी, जो बड़ी थी, जो भाई ने की है। और यकीनन हमें स्पोर्ट में अपने बच्चों को लाना है। एक तो बच्चे बुराई से बच जाते हैं,
और बुरी महफिलों से, बुरी आदतों से। मोस्टली देखा गया है कि बच्चों के हाथ में आज मोबाइल है, माँ बाप जो हैं वो बच्चों को मोबाइल देते हैं खेलने के लिए, और वो बच्चे उसी में लगे रहते हैं और फिर उस जैसा करने की भी कोशिश करते हैं। बेहतर है कि हम अपने बच्चों को स्पोर्ट की तरफ लाएं। ज़रूरी नहीं कि आप पहलवानी की तरफ, किसी भी स्पोर्ट की तरफ लाएं, ठीक है। और जो बच्चे आपके स्कूल नहीं जाते हैं, ठीक है, उनको ऐसी स्पोर्ट की तरफ लाएं जो उनके लिए तरक्की का बात बनेगी और आपका फ्यूचर भी ब्राइट होगा। माँ बाप का नाम भी रोशन करेंगे और मसीह कौम का नाम भी रोशन करेंगे, ठीक है। और ज़रूरी है कि हम अपने बच्चों को एजुकेशन के साथ साथ स्पोर्ट की तरफ भी लाएं। बच्चे जब स्पोर्ट की तरफ आएंगे तो उनका जो ईमान भी बढ़ेगा कि हमने खुदा से ज़ोर मांगना है, खुदा से हिकमत भी मांगनी है, और मैंने आगे जाकर कंपटीशन में भी जाना है। तो वो रूहानी तौर पर भी बढ़ेंगे क्योंकि उनकी सोच, उनका माइंड जो है वो मतलब खुदा की तरफ ही लगेगा। लेकिन जब हम बच्चों को स्पोर्ट की तरफ नहीं लाएंगे, बच्चों को मोबाइल दे देंगे, वो फिल्मों और ड्रामों की तरफ चले जाएंगे और फिर कुछ ऐसा करने की कोशिश करेंगे जिससे आप लोगों का नाम भी बदनाम होगा, मसीह कौम का नाम भी बदनाम होगा। तो मेरी आप सब से अपील है इस कम्युनिटी की, ठीक है, कि वो भाई एजाज के साथ मिलें और अपने बच्चों को स्पोर्ट्स की तरफ लाएं और ना कि इसकी मुखालफत करें बल्कि सपोर्ट करें, क्योंकि ये अच्छा काम कर रहे हैं, ये भलाई का काम है और ये अच्छाई का काम है, अच्छा फ़न है। और पहलवानी मतलब एक अच्छा फ़न है, कलाम में भी पहलवानी का जिक्र किया गया है। तो हमें भी अपने बच्चों को इस तरफ लाना है ताकि वो बच्चे फ्यूचर में एक अच्छे पहलवान बनकर अपनी कलीसिया का नाम रोशन करें, और जब दूसरी कंट्री में जाएं तो वहाँ पे भी इस फ़न के वसीला से खुदा का जलाल ज़ाहिर करें कि हम मसीही हैं, खुदा हमारे साथ है, वो हमारी मदद करता है, और खुदा ही है जो आगे लेके जाता है, सरफराजी बख्शता है, वो ज़मीन से उठाता आसमान की बुलंदी तक ले जाता है। तो ये बच्चे जो आज जो शागिर्दियत में आए हैं ये बीज है भाई नवाज की। तो जब ये दरख्त बनेंगे और दरख्त बनने के बाद ये फल आएंगे, यानी कि और शागिर्द बनाएंगे, और कलाम में भी ये हमें सिखाया गया है कि शागिर्द बनाओ, शागिर्द बनाने का काम है, और ये अपने आगे शागिर्द बनाएंगे और ये फन जो है आगे वसी होगा। ਸਾਡੇ ਨਾਲ ਇਸ ਟਾਈਮ ਪਹਿਲਵਾਨ ਇਜਾਜ਼ ਨੇ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਅੱਜ ਸ਼ਾਗਿਰਦੀ 'ਚ ਲਿੱਤਾ। ਇਹਨਾਂ ਦੀ ਫੈਮਲੀਜ਼ ਨੇ ਜਿਹੜੇ ਪਿੱਛੇ ਬੈਠੇ ਨੇ ਸਾਡੇ, ਇਹਨਾਂ ਨੇ ਅੱਜ ਆਪਣੇ ਪੋਤਿਆਂ ਨੂੰ ਇਹਨਾਂ ਨੇ ਸ਼ਾਗਿਰਦੀ ਦਿੱਤਾ। ਇਜਾਜ਼ ਭਾਈ ਕਿੰਨੀ ਦੇਰ ਹੋ ਗਈ ਹੈ? मेरी तरफ से सबको सलाम। हाँ जी, मैनू तकरीबन अखाड़ा चलाते 10 साल हो गए। ਤੇ 10 ਸਾਲ ਦੇ ਵਿੱਚ ਹਮਾਇਤ ਦੇ ਨਾਲ ਮੁਖਾਲਫਤ ਕਿੰਨੀ ਵੇਖੀ ਹੈ? मुखालफत तो ज़्यादा है, कुछ भरा ने ਜਿਹੜੇ ਸਾਡੇ ਨਾਲ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਚੱਲ ਰਿਹਾ। ਤੇ ਜਿਹੜੇ ਮੁਖਾਲਫਤ ਤੇ ਨੇ ਕਦੀ ਉਹਨਾਂ ਨੇ ਸੋਚਿਆ ਨਹੀਂ ਕਿ ਆਖਰ ਉਹ ਕਰ ਕੀ ਰਹੇ ਨੇ? ਬਸ ਉਹਨਾਂ ਦਾ ਆਪਣਾ ਆਪਣਾ ਜ਼ਿਹਨ ਹੈ ਨਾ। ਜਿਹੜੇ ਭਰਾ ਸਾਡੇ ਨਾਲ ਨੇ, ਭਾਈ ਤਾਰਕ ਗੋਰੀ ਨੇ, ਠੀਕ ਹੈ, ਸਦਰ ਬਿੱਲਾ ਹੈ, और 2-4 ਭਰਾ ਨੇ, ਵਕੀਲ ਨੇ 2-4, ਮਤਲਬ ਉਹ ਨਾਲ ਰਲ ਕੇ ਮਤਲਬ ਸਾਨੂੰ ਇਸ ਜਗ੍ਹਾ ਦੀ ਇਜਾਜ਼ਤ ਉਹਨਾਂ ਦਿੱਤੀ ਕਿ ਭਾਈ ਤੁਸੀਂ ਕਰੋ, ਅੱਛਾ ਕੰਮ ਕਰ ਰਹੇ ਜੀ। ਨਹੀਂ ਦੇਖੋ, ਮੈਂ ਇੱਥੇ ਕਿਸੇ ਦੀ ਹਮਾਇਤੀ ਨਾਮ ਨਹੀਂ ਲੈਣਾ ਚਾਹਾਂਗਾ, ਭਾਵੇਂ ਭਾਈ ਤਾਰਕ ਗੋਰੀ ਹੋਣ, ਭਾਵੇਂ ਕੋਈ MP ਹੋਏ, ਭਾਵੇਂ MNA ਹੋਏ। ਬੇਸਿਕਲੀ ਮੈਂ ਚਾਹੁੰਦਾ ਪਿਆ ਕਿਉਂਕਿ ਦੇਖੋ ਜਿਹੜਾ ਸਾਹਿਬ ਹੈਸੀਅਤ ਹੈ ਉਹ ਤੁਹਾਡੀ ਸਪੋਰਟ ਕਰੇਗਾ, ਠੀਕ ਹੈ, ਲੇਕਿਨ ਜਿਹੜਾ ਮਾੜਾ ਹੈ, ਮਾੜਿਆਂ 'ਚੋਂ ਕਿੰਨੇ ਕੁ ਨੇ ਜਿਹੜੇ ਤੁਹਾਡੇ ਲਈ ਖਲੋਂਦੇ ਨੇ? ਮਾੜਿਆਂ 'ਚ ਤੁਸੀਂ ਜੇ ਖਲੋਣ ਵਾਲੇ ਸਾਡੇ ਨਾਲ। ਸ਼ੁਕਰੀਆ। ਮੈਂ ਚਾਹਾਂਗਾ ਕਿ ਤੁਸੀਂ ਆਪਣੇ ਜਿਹੜੇ ਦੇਖਣ ਵਾਲੇ ਨੇ ਇਹਨਾਂ ਨੂੰ ਕੋਈ ਪੈਗਾਮ ਦੇਵੋ ਕਿ ਆਪਣੇ ਬੱਚਿਆਂ ਨੂੰ ਗੇਮਾਂ ਵਾਲੇ ਪਾਸੇ ਲੈ ਕੇ ਆਉਣ, ਔਰ ਬੁਰੀਆਂ ਆਦਤਾਂ ਤਾਂ ਛੁੱਟਣੀਆਂ ਨੇ ਜੇ ਗੇਮਾਂ ਵੱਲ ਆਉਣ। ਲਾਹੌਰ 'ਚ ਜਦੋਂ ਅਸੀਂ ਜਾਂਦੇ ਹਾਂ ਨਾ ਤੇ ਉੱਥੇ ਸਾਨੂੰ ਕਿਹਾ ਜਾਂਦਾ ਕਿ ਕ੍ਰਿਸਟਨਾਂ ਦੀ ਐਡੀ ਵੱਡੀ ਆਬਾਦੀ ਹੈ ਜੀ, ਤੇ ਉੱਥੇ ਤੁਹਾਡੇ ਕੋਲ ਕਿੰਨੇ ਕੁ ਮੁੰਡੇ ਜ਼ੋਰ ਕਰਦੇ ਨੇ। ਉੱਥੇ ਤੇ ਤਕਰੀਬਨ ਵਾਰੀ ਨਹੀਂ ਆਉਣੀ ਚਾਹੀਦੀ ਜਿੰਨਾ ਉਹ ਵੱਡੀ ਬਸਤੀ ਹੈਗੀ ਕ੍ਰਿਸਟਨਾਂ ਦੀ ਹੁਨਾਬਾਦ। ਤੇ ਇੱਥੇ ਤਕਰੀਬਨ ਨਹੀਂ ਲੋਕ ਇਸ ਲਈ ਬੱਚਿਆਂ ਨੂੰ ਭੇਜਦੇ, ਬੱਚਿਆਂ ਨਸ਼ਿਆਂ 'ਚ ਮਰਨ ਡਏ ਨੇ। ਇਸ ਲਈ ਬੱਚਿਆਂ ਨੂੰ ਚਾਹੀਦਾ ਕਿ ਅੱਛੇ ਪਾਸੇ ਲਾਣਾ, ਤੇ ਸ਼ੁਰੂ ਤੋਂ ਬੱਚੇ ਦੀ ਤਰਬੀਅਤ ਕੀਤੀ ਜਾਂਦੀ, ਜਿਸ ਪਾਸੇ ਵੀ ਕੀਤੀ ਜਾਏ, ਜਿਸ ਪਾਸੇ ਨੂੰ ਮੋੜਿਆ ਜਾਏ। ਜਦੋਂ ਬੱਚਾ ਵੱਡਾ ਹੋਏ ਉਦੋਂ ਫਿਰ ਮੋੜਿਆ ਨਹੀਂ ਜਾਂਦਾ।